ਕਿੰਨੇ ਸਮੇਂ ਤੋਂ ਤੁਹਾਡਾ ਸੈਨੇਟ ਦਾ ਮੁੱਦਾ ਚੱਲ ਰਿਹਾ ਔਰ ਇਹ ਆਖਿਰ ਮੁੱਦਾ ਹੈ ਕੀ ਹੈ? ਮੈਂ ਕੀ ਹੈ ਨਾ ਮਤਲਬ ਜਿਹੜਾ ਸੈਨੇਟ ਹੈਗੀ ਉਹ ਯੂਨੀਵਰਸਿਟੀ ਦੀ ਇੱਕ ਤਰੀਕੇ ਨਾਲ ਵਿਧਾਨ ਸਭਾ ਹੁੰਦੀ ਹੈ। ਜਿਵੇਂ ਕਹ ਲਓ ਪੰਜਾਬ ਦੀ ਵਿਧਾਨ ਸਭਾ 'ਚ 117 ਮੈਂਬਰ ਹੁੰਦੇ ਨੇ, ਉਹ ਜਿਹੜੀ ਪੰਜਾਬ ਯੂਨੀਵਰਸਿਟੀ ਇਹਦਾ ਪ੍ਰੋਪਰ ਇੱਕ ਕਹ ਲਓ ਡੈਮੋਕ੍ਰੈਟਿਕ ਢਾਂਚਾ ਬਣਿਆ ਹੋਏਗਾ, ਜਿਹਦੇ 91 ਟੋਟਲ ਕਹ ਲਓ ਸੈਨੇਟ ਦੇ ਮੈਂਬਰ ਹੁੰਦੇ ਨੇ, ਜਿਹਦੇ ਵਿੱਚੋਂ 49 ਜਿਹੜੇ ਹੁੰਦੇ ਨੇਗੇ ਉਹ ਆਪਣੇ ਇਲੈਕਟ ਹੋ ਕੇ ਆਉਂਦੇ ਨੇਗੇ, 36 ਹੁੰਦੇ ਨੇ ਨੋਮੀਨੇਟਡ। ਠੀਕ ਹੈ ਜੀ। ਤੇ ਜਿਹੜੇ 6 ਹੁੰਦੇ ਨੇਗੇ ਬੜੇ ਬਾਕੀ ਰਹਿ ਜਾਂਦੇ ਨੇਗੇ, ਉਹ ਐਕਸ ਆਫੀਸੀਓ ਜਿਹੜੇ ਇਹਨਾਂ ਦੇ ਆਫੀਸਰ ਹੁੰਦੇ ਨੇਗੇ, ਉਹਨਾਂ ਦੇ ਵਿੱਚ ਜਿਵੇਂ ਪੰਜਾਬ ਦਾ ਸੀਐਮ ਆ ਜਾਂਦਾ, ਹਰਿਆਣੇ ਦਾ ਸੀਐਮ ਆ ਜਾਂਦਾ। ਇਸ ਵਕਤ ਜੇਕਰ ਆਪਾਂ ਟੋਟਲ ਦੇਖੀਏ ਤਾਂ 3 ਲੱਖ ਤੋਂ ਕਿਤੇ ਉੱਪਰ ਜ਼ਿਆਦਾ ਵੋਟਰ ਨੇਗੇ ਜਿਹੜੇ ਗ੍ਰੈਜੂਏਟ ਕਾਉਂਟੀ, ਜਿਹਦੇ 15 ਜਿਹੜੀਆਂ ਇਹ ਸੀਟਸ ਨੇਗੀਆਂ। ਤੇ ਇਹਦੇ ਲਈ ਟੋਟਲ ਨੂੰ 42 ਜਿਹੜੇ ਕੈਂਡੀਡੇਟ ਸੀਗੇ ਇਹਨਾਂ ਨੇ ਨੋਮੀਨੇਸ਼ਨ ਭਰੇ ਹੋਏ ਸੀਗੇ। ਉਹਨਾਂ ਦੀ ਇਸ ਵਕਤ ਫੁੱਲ ਤਿਆਰੀ ਹੀ ਚੱਲ ਰਹੀ ਹੈ ਕਿ ਇਹ 15 ਸੀਟਸ ਨੇਗੀਆਂ ਇਹਨਾਂ ਨੂੰ ਜਾਂ ਤਾਂ ਡਿਜੋਲਵ ਵੀ ਕਰ ਦਿੱਤਾ ਜਾਵੇ ਜਾਂ ਇਹਨਾਂ ਦੇ ਉੱਪਰ ਇਹਨੂੰ ਇਲੈਕਟਡ ਕੱਟ ਕੇ ਅਸੀਂ ਖੁਦ ਦੇ ਆਪਣੇ ਨੋਮੀਨੇਟਡ ਹੀ ਇਹਨੂੰ ਜੋੜ। ਸਿਰਫ ਇਹ 15 ਬੰਦੇ ਉਹ ਨੇਗੇ ਜਿਨ੍ਹਾਂ ਦੇ ਨਾਲ ਸਟੂਡੈਂਟ ਨੇਗੇ ਸਿੱਧੇ ਤੌਰ ਤੇ ਜੁੜੇ ਹੋਏ ਹੁੰਦੇ ਨੇ, ਸਟੂਡੈਂਟਸ ਦੇ ਵਿੱਚੋਂ ਨਿਕਲੇ ਹੋਏ ਨੇ। ਤੇ ਜੇਕਰ ਉਹ ਸਾਡੇ ਕੈਂਡੀਡੇਟ ਹੀ ਨਾ ਰਹਿਣਗੇ 15 ਤੇ ਜੋ ਉਹਨਾਂ 15 ਜੇਕਰ ਸਟੂਡੈਂਟ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਜਿਹੜੀ ਅਸੀਂ ਉਸ ਤੱਕ ਲੈ ਕੇ ਜਾਣੀ ਆ, ਕੀ ਅਸੀਂ ਉਹਨੂੰ ਪੰਜਾਬ ਦੇ ਸੀਐਮ ਤੱਕ ਜਾਇਆ ਕਰਾਂਗੇ? ਪਹਿਲਾਂ ਤਾਂ ਤੁਸੀਂ ਕਿਹਾ ਵੀ ਕਰੋਨਾ ਦਾ ਗੱਲ ਆ ਗਈ ਕਿ ਚਲੋ ਕਰੋਨਾ ਵਾਇਰਸ ਸੀ, ਫਿਰ ਸੈਕੰਡ ਵੇਵ ਆ ਗਈ, ਇਸ ਵਾਰੀ ਕੀ ਰੀਜ਼ਨ ਹੈ? ਨੇਤਾ ਜੀ ਕਹਿੰਦੇ 18 ਅਗਸਤ ਜਿਹੜਾ ਦਿਨ ਹੈਗਾ ਉਹ ਬੁੱਧਵਾਰ ਦਾ ਦਿਨ ਹੈਗਾ। ਠੀਕ ਹੈ ਜੀ। ਵੈਡਨੈਸਡੇ ਕਰਕੇ ਵਰਕਿੰਗ ਡੇ ਹੈਗਾ, ਇਸ ਕਰਕੇ ਵੀ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਕਿ ਸਾਨੂੰ ਇਹ ਕਿਹਾ ਤੇ ਇੱਕ ਮੇਰੇ ਖਿਆਲ 'ਚ ਦਿੱਲੀ ਸਰਕਾਰ ਨੇ ਕਿਹਾ ਹੈਗਾ ਕਿ ਅਸੀਂ ਵਰਕਿੰਗ ਡੇ ਦੇ ਵਿੱਚ ਜਿਹੜੇ ਸਕੂਲ ਨੇ ਉਹਨਾਂ ਨੂੰ ਪੋਲਿੰਗ ਬੂਥ ਨਹੀਂ ਬਣਾ ਸਕਦੇ। ਤੇ ਕੀ ਤੁਹਾਡੀ ਹੁਣ ਤੱਕ ਵੀਸੀ ਸਾਹਿਬ ਨਾਲ ਕੋਈ ਗੱਲਬਾਤ ਨਹੀਂ ਹੋਈ ਜਾਂ ਉਹਨਾਂ ਨੇ ਤੁਹਾਨੂੰ ਨਹੀਂ ਬੁਲਾਇਆ ਕਿ ਕਿਉਂਕਿ ਮੁੱਦਾ ਤਾਂ ਉਹਨਾਂ ਦੇ ਨਾਲ ਹੀ ਜੁੜਿਆ ਹੋਇਆ ਨਾ? ਮੈਂ ਯੂਨੀਵਰਸਿਟੀ 'ਚ ਇਸ ਵਕਤ ਰਿਸਰਚ ਸਕਾਲਰ ਹਾਂ। ਤੁਸੀਂ ਦੇਖੋ ਵੀ ਪਿਛਲੇ 3 ਸਾਲ ਇਹਨਾਂ ਨੂੰ ਮੇਰੇ ਖਿਆਲ ਦੇ ਵਿੱਚ ਹੋ ਗਏ ਬੀਸੀ ਸਾਹਿਬ ਨੂੰ। 3 ਸਾਲਾਂ ਦੇ ਵਿੱਚ ਮੈਂ ਸਿਰਫ ਇੱਕ ਵਾਰ ਦੇਖਿਆ ਇਹਨਾਂ ਨੂੰ, ਉਹ ਵੀ ਕੀ ਹੈ ਇਹ ਬਸ ਇੱਕ ਇਹੀ ਕਹਿੰਦੇ ਫਿਰਦੇ ਸੀਗੇ ਕਰੋਨਾ ਹੈਗਾ ਜੀ ਮਾਸਕ ਲਗਾ ਲਓ। ਸਟੂਡੈਂਟਸ ਵੱਲੋਂ ਇਹ ਵੀ ਗੱਲ ਬੜੀ ਕਹੀ ਜਾ ਰਹੀ ਹੈ ਕਿ ਜੀ ਬੀਜੇਪੀ ਆਰਐਸਐਸ ਆਪਣਾ ਪ੍ਰਭਾਵ ਜੋ ਹੈ ਪੰਜਾਬ ਯੂਨੀਵਰਸਿਟੀ ਦੇ ਉੱਪਰ ਹੋਲਡ ਆਪਣਾ ਬਣਾਉਣਾ ਚਾਹੁੰਦੇ ਨੇ। ਬਟ ਜਦੋਂ ਤੁਸੀਂ ਗਰਾਊਂਡ ਲੈਵਲ ਤੇ ਹੁਣ ਢਾਂਚਾ ਦੇਖਦੇ ਹੋ ਯੂਨੀਵਰਸਿਟੀ ਦਾ, ਜਿਹੜਾ ਤੁਸੀਂ ਆਹ ਰੋਡ ਦੇਖ ਰਹੇ ਹੋ ਜੀ, ਇਹ ਸਿਰਫ ਪਿਛਲੇ 3 ਦਿਨਾਂ ਤੋਂ ਓਪਨ ਹੋਇਆ ਹੈਗਾ। ਉਸ ਤੋਂ ਪਹਿਲਾਂ ਇਹ ਪਿਛਲੇ 2 ਸਾਲ ਜਿਹੜਾ ਰੋਡ ਸੀਗਾ ਇਹ ਬੰਦ ਸੀਗਾ। ਤੁਸੀਂ ਇਹਦੇ ਪਿੱਛੇ ਕਾਰਨ ਸੁਣ ਕੇ ਹੱਸੋਗੇ। ਕਹਿੰਦੇ ਜੀ ਜਿਹੜਾ ਇਹ ਗੇਟ ਹੈਗਾ ਬੀਸੀ ਆਫਿਸ ਦੇ ਸਾਹਿਬ ਨੂੰ ਇਹ ਪੱਛਮ ਵੱਲੋਂ ਆਉਂਦਾ ਹੈਗਾ, ਜਿਹੜੀ ਇਹ ਰੋਡ ਹੈ ਇਹ ਪੱਛਮ ਵੱਲੋਂ ਆ ਰਹੀ ਹੈ। ਵਾਸਤੂ ਸ਼ਾਸਤਰ ਦੇ ਅਕੋਰਡਿੰਗ ਜੀ ਬੀਸੀ ਸਾਹਿਬ ਦੇ ਆਫਿਸ ਦੇ ਵਿੱਚ ਬੀਸੀ ਸਾਹਿਬ ਦੇ ਲਈ ਪੱਛਮ ਵੱਲੋਂ ਐਂਟਰ ਹੋਣਾ ਮਾਫਕ ਨਹੀਂ ਹੈਗਾ, ਚੰਗੀ ਗੱਲ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਜੋਤ ਕੌਰ, ਤੁਸੀਂ ਵੇਖ ਰਹੇ ਹੋ ਨਿਰਪੱਖ ਪੋਸਟ। ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਸੈਨੇਟ ਦਾ ਮੁੱਦਾ ਬਹੁਤ ਲੰਮੇ ਸਮੇਂ ਤੋਂ ਗਰਮਾਇਆ ਹੋਇਆ ਹੈ। ਉਹਨਾਂ ਦੀ ਇਲੈਕਸ਼ਨਸ ਨਹੀਂ ਹੋ ਰਹੀਆਂ, ਵੀਸੀ ਤੋਂ ਨਾਰਾਜ਼ ਨੇ ਸਟੂਡੈਂਟਸ। ਆਖਿਰ ਇਹ ਪ੍ਰੋਪਰ ਸਾਰਾ ਮੁੱਦਾ ਹੈ ਕੀ ਹੈ? ਕਿਉਂਕਿ ਸਟੂਡੈਂਟਸ ਤਾਂ ਜਾਣਦੇ ਨੇ, ਪਰ ਆਮ ਲੋਕ ਜੋ ਘਰਾਂ ਵਿੱਚ ਬੈਠੇ ਨੇ ਉਹ ਵੀ ਸਟੂਡੈਂਟਸ ਦੀ ਫੇਵਰ ਵਿੱਚ ਆਣਗੇ ਤਾਂ ਹੀ ਜੇਕਰ ਉਹਨਾਂ ਨੂੰ ਵੀ ਇਸ ਪੂਰੇ ਮੁੱਦੇ ਬਾਰੇ ਪੂਰੀ ਜਾਣਕਾਰੀ ਹੋਏਗੀ। ਤੇ ਇਹ ਸਾਰਾ ਮੁੱਦਾ ਹੀ ਤੁਹਾਡੇ ਨਾਲ ਅੱਜ ਅਸੀਂ ਪੂਰਾ ਕਲੀਅਰ ਕਰਾਂਗੇ, ਤੁਹਾਨੂੰ ਪੂਰਾ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਤੁਸੀਂ ਵੀ ਸਮਝ ਸਕੋ ਕਿ ਆਖਿਰ ਕਿਸ ਤਰ੍ਹਾਂ ਦੀ ਪ੍ਰੋਬਲਮਸ ਫੇਸ ਕਰਨੀਆਂ ਪੈ ਰਹੀਆਂ ਨੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ। ਤੇ ਇਸ ਸਾਰਾ ਮੁੱਦਾ ਕਲੀਅਰ ਕਰਨ ਲਈ ਸਾਡੇ ਨਾਲ ਮੌਜੂਦ ਨੇ ਪੂਸੂ ਤੋਂ ਪ੍ਰੈਜ਼ੀਡੈਂਟ ਰਵਿੰਦਰ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਥੈਂਕਸ ਮੈਮ। ਸਭ ਤੋਂ ਪਹਿਲਾਂ ਮੈਂ ਇਹੀ ਜਾਣਨਾ ਚਾਹੂੰਗੀ ਕਿ ਆਖਿਰ ਕਿੰਨੇ ਸਮੇਂ ਤੋਂ ਤੁਹਾਡਾ ਸੈਨੇਟ ਦਾ ਮੁੱਦਾ ਚੱਲ ਰਿਹਾ ਔਰ ਇਹ ਆਖਿਰ ਮੁੱਦਾ ਹੈ ਕੀ ਹੈ, ਤਾਂ ਕਿ ਸਟੂਡੈਂਟਸ ਤੋਂ ਇਲਾਵਾ ਹੋਰ ਲੋਕ ਵੀ ਜਿਹੜੇ ਘਰਾਂ ਵਿੱਚ ਭਾਵੇਂ ਬੈਠੇ ਨੇ ਉਹ ਵੀ ਇਸ ਮੁੱਦੇ ਤੋਂ ਕਲੀਅਰ ਹੋ ਸਕਣ, ਤਾਂ ਕਿ ਉਹ ਉਸ ਤੋਂ ਬਾਅਦ ਸਟੂਡੈਂਟਸ ਦੀ ਫੇਵਰ ਵਿੱਚ ਵੀ ਆਪਣੀ ਆਵਾਜ਼ ਬੁਲੰਦ ਕਰ ਸਕਣ। ਅਸਲ 'ਚ ਮੈਮ ਇਹ ਕੀ ਹੈ ਨਾ ਮਤਲਬ ਜਿਹੜਾ ਸੈਨੇਟ ਹੈਗੀ ਉਹ ਯੂਨੀਵਰਸਿਟੀ ਦੀ ਇੱਕ ਤਰੀਕੇ ਨਾਲ ਵਿਧਾਨ ਸਭਾ ਹੁੰਦੀ ਹੈ। ਜਿਵੇਂ ਕਹ ਲਓ ਪੰਜਾਬ ਦੀ ਵਿਧਾਨ ਸਭਾ 'ਚ 117 ਮੈਂਬਰ ਹੁੰਦੇ ਨੇ, ਉਹ ਜਿਹੜੀ ਪੰਜਾਬ ਯੂਨੀਵਰਸਿਟੀ ਇਹਦਾ ਪ੍ਰੋਪਰ ਇੱਕ ਕਹ ਲਓ ਡੈਮੋਕ੍ਰੈਟਿਕ ਢਾਂਚਾ ਬਣਿਆ ਹੋਏਗਾ, ਜਿਹਦੇ 91 ਟੋਟਲ ਕਹ ਲਓ ਸੈਨੇਟ ਦੇ ਮੈਂਬਰ ਹੁੰਦੇ ਨੇ, ਜਿਹਦੇ ਵਿੱਚੋਂ 49 ਜਿਹੜੇ ਹੁੰਦੇ ਨੇਗੇ ਉਹ ਆਪਣੇ ਇਲੈਕਟ ਹੋ ਕੇ ਆਉਂਦੇ ਨੇਗੇ, 36 ਹੁੰਦੇ ਨੇ ਨੋਮੀਨੇਟਡ। ਠੀਕ ਹੈ ਜੀ। ਤੇ ਜਿਹੜੇ 6 ਹੁੰਦੇ ਨੇਗੇ ਬੜੇ ਬਾਕੀ ਰਹਿ ਜਾਂਦੇ ਨੇਗੇ, ਉਹ ਐਕਸ ਆਫੀਸੀਓ ਜਿਹੜੇ ਇਹਨਾਂ ਦੇ ਆਫੀਸਰ ਹੁੰਦੇ ਨੇਗੇ, ਉਹਨਾਂ ਦੇ ਵਿੱਚ ਜਿਵੇਂ ਪੰਜਾਬ ਦਾ ਸੀਐਮ ਆ ਜਾਂਦਾ, ਹਰਿਆਣੇ ਦਾ ਸੀਐਮ ਆ ਜਾਂਦਾ, ਜਿਵੇਂ ਅਲੱਗ-ਅਲੱਗ ਜਿਹੜੇ ਵੱਡੇ ਅਹੁਦਿਆਂ ਦੇ ਜਿਹੜੇ ਲੋਕ ਹੁੰਦੇ ਨੇਗੇ ਉਹ ਉਹਦੇ ਵਿੱਚ ਇਨਵੋਲਵ ਹੁੰਦੇ ਨੇਗੇ। ਜਿਹੜੇ ਟੋਟਲ 49 ਜਿਹੜੀਆਂ ਹੁੰਦੀਆਂ ਨੇਗੀਆਂ ਸੀਟਸ ਜਿਹੜੀਆਂ ਇਲੈਕਟ ਹੁੰਦੀਆਂ ਨੇਗੀਆਂ, ਉਹਦੇ ਵਿੱਚ ਵੀ ਅਲੱਗ-ਅਲੱਗ ਪਾਰਟ ਬਣੇ ਹੋਏ ਨੇਗੇ। ਜਿਵੇਂ ਇੱਕ ਪਾਰਟ ਹੈਗਾ ਕਾਲਜ ਜਿਹੜੇ ਪ੍ਰਿੰਸੀਪਲਜ ਨੇ ਉਹਨਾਂ ਦੇ ਵਿੱਚੋਂ ਕੁਝ ਮੈਂਬਰ ਆਉਂਦੇ ਨੇਗੇ, ਫਿਰ ਇੱਕ ਕਹਿ ਲਓ ਪ੍ਰੋਫੈਸਰ ਦੀ ਕਮੇਟੀ ਬਣੀ ਆ ਉਹਨਾਂ ਦੇ ਵਿੱਚੋਂ ਆਉਂਦੇ ਨੇਗੇ, ਇੱਕ ਜਿਹੜੀ ਇੱਥੇ ਵਰਕਿੰਗ ਕਲਾਸ ਹੈਗੀ ਉਹਦੇ ਵਿੱਚੋਂ ਮੈਂਬਰ ਆਉਂਦੇ ਨੇਗੇ। ਇਵੇਂ ਹੀ ਇੱਕ 15 ਸੀਟਾਂ ਜਿਹੜੀਆਂ ਹੁੰਦੀਆਂ ਨੇ ਇਹਨਾਂ 49 ਦੇ ਵਿੱਚੋਂ ਉਹ ਗ੍ਰੈਜੂਏਟ ਕੌਂਸਟੀਟੈਂਸੀ ਦੀਆਂ ਹੁੰਦੀਆਂ ਨੇਗੀਆਂ, ਜਿਹਦੇ ਵਿੱਚ ਜਿਹੜੇ ਸਟੂਡੈਂਟ ਇੱਥੋਂ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਗ੍ਰੈਜੂਏਸ਼ਨ ਪਾਸ ਕੀਤੇ ਹੋਏ ਹਨ, ਜਿਹਨਾਂ ਨੂੰ ਮਿਨੀਮਮ 3 ਸਾਲ ਹੋ ਜਾਂਦੇ ਨੇ ਜਾਂ ਇੱਥੋਂ ਪੋਸਟ ਗ੍ਰੈਜੂਏਸ਼ਨ ਕੀਤੀ ਹੁੰਦੀ ਹੈ, ਉਹਦੇ ਵੋਟਰ ਹੁੰਦੇ ਨੇਗੇ। ਤੇ ਇਹ ਜਿਹੜੇ ਵੋਟਰ ਨੇ ਸਿਰਫ ਪੰਜਾਬ ਤੱਕ ਸੀਮਤ ਨਹੀਂ ਹੈਗੇ, ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਦਿੱਲੀ, ਉੱਤਰਾਖੰਡ, ਐਨੀਵੇ ਪੂਰੇ ਇੰਡੀਆ ਦੇ ਵਿੱਚ ਜਿਹੜੇ ਕਹਿ ਲਓ ਜਿਹੜੇ ਸਟੂਡੈਂਟ ਜਿੱਥੋਂ ਇੱਥੋਂ ਪੀਯੂ ਦੇ ਵਿੱਚ ਜਿਹੜੇ ਵੀ ਪੜ੍ਹ ਕੇ ਗਏ ਨੇ ਉਹ ਸਾਰੇ ਦੇ ਵੋਟਰ ਬਣ ਜਾਂਦੇ ਨੇਗੇ। ਤੇ ਇਸ ਵਕਤ ਜੇਕਰ ਆਪਾਂ ਟੋਟਲ ਦੇਖੀਏ ਤਾਂ 3 ਲੱਖ ਤੋਂ ਕਿਤੇ ਉੱਪਰ ਜ਼ਿਆਦਾ ਵੋਟਰ ਨੇਗੇ
ਜਿਹੜੇ ਗ੍ਰੈਜੂਏਟ ਕਾਉਂਸਲ ਜਿਹਦੇ 15 ਜਿਹੜੀਆਂ ਇਹ ਸੀਟਸ ਨੇਗੀਆਂ ਤੇ ਇਹਦੇ ਲਈ ਟੋਟਲ ਨੂੰ 42 ਜਿਹੜੇ ਕੈਂਡੀਡੇਟ ਸੀਗੇ ਇਹਨਾਂ ਨੇ ਨੋਮੀਨੇਸ਼ਨ ਭਰੇ ਹੋਏ ਸੀਗੇ। ਤਾਂ ਜਿਹੜੇ ਵੈਸੇ ਜਿਹੜੀਆਂ ਸੈਨੇਟ ਦੇ ਇਲੈਕਸ਼ਨ ਹੁੰਦੇ ਨੇਗੇ ਉਹ ਹੋਣੇ ਸੀਗੇ ਸੈਪਟੈਂਬਰ 2020 ਦੇ ਵਿੱਚ। ਉਸ ਟਾਈਮ ਕਰੋਨਾ ਕਾਲ ਸੀਗਾ, ਇਸ ਕਰਕੇ ਕਰੋਨਾ ਦੇ ਕਰਕੇ ਇਹਨਾਂ ਨੇ ਡੇਟ ਪੋਸਟਪੋਨ ਕਰਕੇ 16 ਮਈ ਕਰ ਦਿੱਤੀ ਸੀਗੀ। ਬਟ 16 ਮਈ ਜਿਹੜੀ ਸੀਗੀ ਉਹ ਫਿਰ ਸੈਕੰਡ ਵੇਵ ਦੇ ਵਿੱਚ ਆ ਗਈ ਹੈ ਨਾ। ਉਸ ਤੋਂ ਬਾਅਦ ਫਿਰ ਡੇਟ ਅਨਾਉਂਸ ਕੀਤੀ ਗਈ 18 ਅਗਸਤ ਜਿਹੜੀਆਂ 15 ਸੀਟਸ ਦੇ ਲਈ। ਬਾਕੀ ਜਿਹੜੀਆਂ ਸੀਟਸ ਦੇ ਜਿਵੇਂ ਮੰਨ ਕੇ 15 ਕੱਢ ਕੇ 32 ਸੀਟਸ ਨੇ ਉਹਨਾਂ ਦੀ ਇਲੈਕਸ਼ਨ ਲਗਭਗ ਸਾਰਿਆਂ ਦੀ ਹੋ ਚੁੱਕੇ ਨੇ। ਸਿਰਫ ਇਹ 15 ਸੀਟਸ ਨੇ ਇਹਨਾਂ ਦੇ ਇਲੈਕਸ਼ਨ ਜਿਹੜੇ ਹੈ ਪੈਂਡਿੰਗ ਦੇ ਵਿੱਚ ਨੇ। ਤੇ ਇਹ ਜਿਹੜੀ 15 ਦੀ ਇਹਨਾਂ ਦੀ ਕਹਿ ਲਓ ਜਿਹੜੀ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈਗਾ ਉਹਨਾਂ ਦੀ ਇਸ ਵਕਤ ਫੁੱਲ ਤਿਆਰੀ ਹੀ ਚੱਲ ਰਹੀ ਹੈ ਕਿ ਜਿਹੜੇ ਇਹ 15 ਸੀਟਸ ਨੇਗੀਆਂ ਇਹਨਾਂ ਨੂੰ ਜਾਂ ਤਾਂ ਡਿਜੋਲਵ ਵੀ ਕਰ ਦਿੱਤਾ ਜਾਵੇ ਜਾਂ ਇਹਨਾਂ ਦੇ ਉੱਪਰ ਇਹਨੂੰ ਇਲੈਕਟਡ ਕੱਟ ਕੇ ਅਸੀਂ ਖੁਦ ਦੇ ਆਪਣੇ ਨੋਮੀਨੇਟਡ ਹੀ ਇਹਨੂੰ ਜੋੜ ਦਈਏ। ਉੱਧਰ ਵੀ ਜਿਹੜੇ 36 ਨੋਮੀਨੇਟ ਕਰਦੇ ਆ ਉੱਧਰ ਅਸੀਂ 50 ਨੂੰ ਨੋਮੀਨੇਟ ਕਰ ਦਈਏ। ਇੱਕ ਤਰੀਕੇ ਨਾਲ ਇਹ ਹੈ ਵੀ ਜਿਹੜੀਆਂ 15 ਸੀਟਸ ਹੁੰਦੀਆਂ ਇਹਦੇ ਵਿੱਚ ਜਿਹੜੇ ਸਟੂਡੈਂਟ ਇੱਥੋਂ ਪਾਸ ਆਊਟ ਨੇ ਜਾਂ ਜਿਹੜੇ ਸਟੂਡੈਂਟ ਇੱਥੇ ਪੜ੍ਹ ਰਹੇ ਨੇਗੇ ਉਹਨਾਂ ਦਾ ਸਿੱਧਾ ਜਿਹੜਾ ਇਹਦੇ ਵਿੱਚ ਇੱਕ ਤਰੀਕੇ ਨਾਲ ਭਾਗ ਲੈਂਦੇ ਨੇਗੇ ਉਹ ਐਜ ਏ ਵੋਟਰ। ਬਟ ਜੇਕਰ ਉਹਨਾਂ ਦੇ ਕੋਲੋਂ ਇਹੀ ਹੱਕ ਖੋਲਿਆ ਜਾਊਗਾ ਕਿ ਜਿਹੜੇ ਇਹ 15 ਬੰਦੇ ਨੇ, ਕਿਉਂਕਿ ਬਾਕੀ ਦੇਖੋ ਸਾਰੀਆਂ ਉੱਚ ਪਦਵੀਆਂ ਨੇਗੀਆਂ, ਸਿਰਫ ਇਹ 15 ਬੰਦੇ ਉਹ ਨੇਗੇ ਜਿਨ੍ਹਾਂ ਦੇ ਨਾਲ ਸਟੂਡੈਂਟ ਨੇਗੇ ਸਿੱਧੇ ਤੌਰ ਤੇ ਜੁੜੇ ਹੋਏ ਹੁੰਦੇ ਨੇ, ਸਟੂਡੈਂਟਸ ਦੇ ਵਿੱਚੋਂ ਨਿਕਲੇ ਹੋਏ ਨੇ। ਤੇ ਜੇਕਰ ਉਹ ਸਾਡੇ ਕੈਂਡੀਡੇਟ ਹੀ ਨਾ ਰਹਿਣਗੇ 15 ਤੇ ਜੋ ਉਹਨਾਂ 15 ਜੇਕਰ ਸਟੂਡੈਂਟ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਜਿਹੜੀ ਅਸੀਂ ਉਸ ਤੱਕ ਲੈ ਕੇ ਜਾਣੀ ਆ ਕਿ ਅਸੀਂ ਉਹਨੂੰ ਪੰਜਾਬ ਦੇ ਸੀਐਮ ਤੱਕ ਜਾਇਆ ਕਰਾਂਗੇ। ਹੁਣ ਮੰਨ ਕੇ ਚਲੋ ਐਜ ਸਟੂਡੈਂਟ ਮੈਨੂੰ ਹੋਸਟਲ ਦੀ ਕੋਈ ਪ੍ਰੋਬਲਮ ਆ ਰਹੀ ਹੈ ਕਿਸੇ ਤਰ੍ਹਾਂ ਦੀ, ਠੀਕ ਹੈ, ਮੇਰੇ ਵਾਰਡਨ ਤੋਂ ਨਹੀਂ ਸੋਲਵ ਹੋ ਰਹੀ ਜਾਂ ਕਹਿ ਲਓ ਕਿਸੇ ਤਰੀਕੇ ਸੋਲਵ ਨਹੀਂ ਹੋ ਰਹੀ, ਤਾਂ ਮੇਰੇ ਕੋਲ ਕੀ ਆਪਸ਼ਨ ਹੁੰਦਾ ਵੀ ਇੱਕ ਸੈਨੇਟ ਮੈਂਬਰ ਕੋਲ ਮੈਂ ਜਾਵਾਂ ਵੀ ਸਰ ਵੀ ਆਹ ਪ੍ਰੋਬਲਮ ਹੈ, ਇਸ ਤਰੀਕੇ ਨਾਲ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ ਮੈਨੂੰ ਪ੍ਰੋਬਲਮ। ਤਾਂ ਕੀ ਮੈਨੂੰ ਉਸ ਪ੍ਰੋਬਲਮ ਦੇ ਲਈ ਹੁਣ ਮੈਨੂੰ ਸੀਐਮ ਸਾਹਿਬ ਕੋਲ ਜਾਣਾ ਪਿਆ ਕਰਨਾ ਜਾਂ ਯੂਨੀਵਰਸਿਟੀ ਦੇ BC ਸਾਹਿਬ ਕੋਲ ਹੀ ਸਿੱਧਾ ਜਾਣਾ ਪਿਆ। ਤੇ BC ਸਾਹਿਬ ਦਾ ਤਾਂ ਹਾਲ ਤੁਸੀਂ ਪਿਛਲੇ 12 ਦਿਨ ਤੋਂ ਦੇਖ ਹੀ ਲਿਆ ਹੋਣਾ ਕਿ ਜਦੋਂ 13 ਅਗਸਤ ਨੂੰ ਕਹਿ ਲਏ ਇਹਨਾਂ ਵੱਲੋਂ ਫਰਮਾਨ ਆ ਜਾਂਦਾ ਹੈ ਕਿ ਜਿਹੜੇ 18 ਅਗਸਤ ਨੂੰ ਗ੍ਰੈਜੂਏਟ ਕਾਉਂਸਲ ਦੀਆਂ ਇਲੈਕਸ਼ਨ ਨੇਗੀਆਂ ਉਹ ਜੀ ਅਸੀਂ ਪੋਸਟਪੋਨ ਕਰਤੀਆਂ। ਉਹ ਵੀ ਕਦੋਂ ਤੱਕ ਅਣਮਿੱਥੇ ਸਮੇਂ ਤੱਕ ਕੁਝ ਨਹੀਂ ਪਤਾ ਹਜੇ ਕਦੋਂ ਹੋਣਾ। ਨਹੀਂ ਇਸ ਵਾਰੀ ਫਿਰ ਕੀ ਰੀਜ਼ਨ ਦਿੱਤਾ ਗਿਆ? ਪਹਿਲਾਂ ਤਾਂ ਤੁਸੀਂ ਕਿਹਾ ਵੀ ਕਰੋਨਾ ਦਾ ਗੱਲ ਆ ਗਈ ਕਿ ਚਲੋ ਕਰੋਨਾ ਵਾਇਰਸ ਸੀ, ਫਿਰ ਸੈਕੰਡ ਵੇਵ ਆ ਗਈ, ਇਸ ਵਾਰੀ ਕੀ ਰੀਜ਼ਨ ਦਿੱਤਾ ਗਿਆ? ਇਸ ਵਾਰ ਨੇ ਰੀਜਨ ਦਿੱਤਾ ਜੀ, ਕਹਿੰਦੇ 18 ਅਗਸਤ ਜਿਹੜਾ ਦਿਨ ਹੈਗਾ ਉਹ ਬੁੱਧਵਾਰ ਦਾ ਦਿਨ ਹੈਗਾ, ਠੀਕ ਹੈ ਜੀ, ਵੈਡਨਸਡੇ ਕਰਕੇ ਵਰਕਿੰਗ ਡੇ ਹੈਗਾ। ਇਸ ਕਰਕੇ ਵੀ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਕਿ ਸਾਨੂੰ ਇਹ ਕਿਹਾ ਤੇ ਇੱਕ ਮੇਰੇ ਖਿਆਲ 'ਚ ਦਿੱਲੀ ਸਰਕਾਰ ਨੇ ਕਿਹਾ ਹੈਗਾ ਕਿ ਅਸੀਂ ਵਰਕਿੰਗ ਡੇ ਦੇ ਵਿੱਚ ਜਿਹੜੇ ਸਕੂਲ ਨੇ ਉਹਨਾਂ ਨੂੰ ਪੋਲਿੰਗ ਬੂਥ ਨਹੀਂ ਬਣਾ ਸਕਦੇ, ਕਿਉਂਕਿ ਜਿਹੜੇ ਪੋਲਿੰਗ ਬੂਥ ਇਹਦੇ ਬਣਦੇ ਨੇ ਆਲ ਇੰਡੀਆ ਟਾਈਪ ਬਣਦੇ ਨੇ ਨਾ। ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਦੇ ਵਿੱਚ ਤਾਂ ਕਾਫੀ ਸਾਰੇ ਬੂਥ ਬਣਦੇ ਨੇ ਤੇ ਸਭ ਤੋਂ ਜ਼ਿਆਦਾ ਬੂਥ ਜਿਹੜੇ ਪੰਜਾਬ ਦੇ ਵਿੱਚ ਹੀ ਬਣਦੇ ਨੇਗੇ, ਠੀਕ ਹੈ, ਕਿਉਂਕਿ ਪੰਜਾਬ ਦੀ ਜ਼ਿਆਦਾ ਸਟੂਡੈਂਟ ਇੱਥੋਂ ਵੋਟਰ ਨੇਗੇ ਜ਼ਿਆਦਾ। ਤਾਂ ਉਹ ਪੰਜਾਬ ਦੇ ਸੀਐਮ ਸਾਹਿਬ ਨੇ ਵੀ ਕਹਿੰਦੇ ਇਹ ਉਹਨਾਂ ਵੱਲੋਂ ਸਰਕਾਰ ਵੱਲੋਂ ਇਹ ਆਏਗਾ ਕਿ ਜੀ ਬੁੱਧਵਾਰ ਨੂੰ ਅਸੀਂ ਇਲੈਕਸ਼ਨ ਨਹੀਂ ਕਰਵਾ ਸਕਦੇ। ਬਟ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਉਸ ਤੋਂ ਬਾਅਦ ਕਿ ਜੀ ਅਸੀਂ 20 ਤਾਰੀਖ ਤੋਂ ਬਾਅਦ ਕੋਈ ਵੀ ਤੁਸੀਂ ਕਹਿ ਲਓ ਸੰਡੇ ਰੱਖ ਲਓ, ਅਸੀਂ ਇਲੈਕਸ਼ਨ ਕਰਾਉਣ ਨੂੰ ਤਿਆਰ ਹਾਂ, ਠੀਕ ਹੈ। ਬਟ ਹੁਣ ਕਿਹੜੇ ਸੰਡੇ ਨੂੰ ਤੁਸੀਂ ਇਲੈਕਸ਼ਨ ਕਰਾ ਰਹੇ ਆ ਉਹ ਤਾਂ BC ਸਾਹਿਬ ਨੇ ਜਾਂ ਕਹਿ ਲਓ ਇੱਥੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਤੈਅ ਕਰਨਾ ਹੈਗਾ। ਤੁਸੀਂ 18 ਤਰੀਕ ਤਾਂ ਤੁਸੀਂ ਪਹਿਲੀ ਗੱਲ ਤੇ ਤੁਸੀਂ ਪਹਿਲੀ ਖਿਆਲ 'ਚ ਰੱਖਣਾ, ਕਿਉਂਕਿ ਇੱਕੋ ਇੱਕ 15 ਸੀਟਾਂ ਦੀ ਤੁਹਾਨੂੰ ਦੱਸਿਆ ਵੀ ਗ੍ਰੈਜੂਏਟ ਕਾਉਂਸਟੀਟੂਐਂਸੀ ਹੈ ਜੀ ਜਿਹਦੇ ਪੋਲਿੰਗ ਬੂਥ ਬਣਨਗੇ ਪੂਰੇ ਪੰਜਾਬ ਦੇ ਵਿੱਚ। ਬਾਕੀ ਸਭ ਦੇ ਇਲੈਕਸ਼ਨ ਤਾਂ ਯੂਨੀਵਰਸਿਟੀ ਦੇ ਵਿੱਚ ਹੀ ਹੋ ਜਾਣੇ ਆਂਗੇ। ਤੇ ਇਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਵੀ ਅਸੀਂ ਵਰਕਿੰਗ ਡੇ 'ਚ ਕਿਉਂ ਰੱਖ ਰਹੇ ਹਾਂ। ਚਲੋ ਸੈਕਿੰਡ ਤੇ ਮੰਨ ਕੇ ਚਲੋ ਕਿਸੇ ਵੀ ਤਰ੍ਹਾਂ ਦੀ ਉਲਝਣ ਹੋ ਗਈ, ਬਟ ਉਸ ਤੋਂ ਬਾਅਦ ਜਦੋਂ 13 ਤਾਰੀਖ ਨੂੰ ਕਹਿੰਦੇ ਨੇ ਉਹਨਾਂ ਦੇ ਵਿੱਚ ਕੈਂਡੀਡੇਟ ਸੀਗੇ ਫਿਰ ਜਿਹੜੇ 42 ਜਿਨ੍ਹਾਂ ਨੇ ਗੱਲ ਕਾਗਜ਼ ਭਰੇ ਨੇ ਜਿਹੜੇ ਉਮੀਦਵਾਰ ਨੇਗੇ ਸੈਨੇਟ ਦੇ ਜਿਹੜੇ ਇਲੈਕਸ਼ਨਾਂ ਦੇ, ਉਹਨਾਂ ਦੇ ਵਿੱਚੋਂ ਇੱਕ ਕੈਂਡੀਡੇਟ ਸੀਗੇ ਰਵਿੰਦਰ ਸਿੰਘ ਬਿੱਲਾ ਧਾਲੀਵਾਲ। ਉਹਨਾਂ ਨੇ ਫਿਰ ਉਸੇ ਦਿਨ ਹੀ ਐਲਾਨ ਕੀਤਾ ਵੀ ਮੈਂ ਜੀ ਜਦ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਸਾਨੂੰ ਡਿਕਲੇਅਰ ਤਾਰੀਖ ਨਹੀਂ ਦਿੰਦਾ ਕਿ ਅਸੀਂ ਕਿਸ ਤਾਰੀਖ ਜਿਹੜੇ ਇਹ ਗ੍ਰੈਜੂਏਟ ਕਾਉਂਸਲ ਦੇ ਇਲੈਕਸ਼ਨ ਕਰਾਵਾਂਗੇ, ਉਦੋਂ ਇਹ ਧਰਨੇ ਦੇ ਉੱਪਰ ਬੈਠ ਜਾਂਦੇ ਨੇਗੇ, ਠੀਕ ਹੈ। ਉਹ ਧਰਨੇ ਦੇ ਉੱਪਰ ਬੈਠਦੇ ਨੇ, ਉਸ ਤੋਂ ਬਾਅਦ ਸਾਡੀ ਜਥੇਬੰਦੀ ਆ ਕੇ ਉਹਨਾਂ ਨੂੰ ਸਮਰਥਨ ਕਰਦੀ ਹੈ, ਕਿਉਂਕਿ ਸਾਡੀ ਤਾਂ ਜਿਹੜੀ ਯੂਨੀਅਨ ਹੈਗੀ ਉਹ ਹੈ ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ। ਅਸੀਂ ਤਾਂ ਪੰਜਾਬ ਯੂਨੀਵਰਸਿਟੀ ਦੇ ਹਿੱਤ ਦੀ ਗੱਲ ਕਰਨੀ ਹੈ, ਸਾਡਾ ਨਾ ਕੋਈ ਸਾਡੇ ਅਸੀਂ ਤਾਂ ਉਸ ਤੋਂ ਬਾਅਦ ਇਹ ਵੀ ਕਹਿਣੇ ਆ ਕਿ ਜਦੋਂ ਇਹ ਮੰਨ ਕੇ ਚਲੋ ਚੱਲਿਆ ਅੰਦੋਲਨ ਕਹਿ ਲਓ ਪਹਿਲੇ ਦਿਨ ਤੋਂ ਅੱਜ ਜਿਹਦਾ 12ਵਾਂ ਦਿਨ ਇਹ ਚੱਲ ਰਿਹਾ ਹੈਗਾ, ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਨੇ ਆ ਕੇ, ਸਟੂਡੈਂਟ ਜਥੇਬੰਦੀਆਂ ਨੇ ਆ ਕੇ ਸਮਰਥਨ ਦਿੱਤਾ। ਉਸ ਤੋਂ ਬਾਅਦ ਬਹੁਤ ਸਾਰੇ ਕਿਸਾਨ ਨੇਤਾ ਵੀ ਆਏ, ਪੋਲੀਟੀਕਲ ਲੀਡਰਸ ਵੀ ਆਏ, ਪੰਜਾਬ ਦੇ ਵਿੱਚੋਂ ਅਲੱਗ-ਅਲੱਗ ਫਿਲਮੀ ਅਦਾਕਾਰ ਕਹਿ ਸਕਦੇ ਹੋ ਜਾਂ ਸਿੰਗਰ ਟਾਈਪ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਨੁਮਾਇੰਦਯੋਗ ਹਸਤੀਆਂ ਇੱਥੇ ਪਹੁੰਚੀਆਂ। ਅਸੀਂ ਸਭ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਹਾਂ ਜਿਹੜੇ ਇਹਨਾਂ ਨੇ ਚਲੋ ਘੱਟੋ ਘੱਟ ਉਹਨਾਂ ਤੱਕ ਸਾਡੀ ਗੱਲ ਪਹੁੰਚੀ, ਉਹਨਾਂ ਨੂੰ ਲੱਗਿਆ ਵੀ ਹਾਂ ਜਿਹੜੇ ਸਟੂਡੈਂਟ ਆ ਉਹਨਾਂ ਦਾ ਕੋਈ ਡੈਮੋਕ੍ਰੇਟਿਕ ਜਿਹੜਾ ਢਾਂਚਾ ਹੈਗਾ ਉਹਨੂੰ ਇੱਕ ਤਰੀਕੇ ਨਾਲ ਕਾਣ ਕੀਤਾ ਜਾ ਪਰ ਇਹ ਸਭ ਤੁਸੀਂ ਹੁਣ ਖੁਦ ਦੱਸਿਆ ਕਿ 12 ਦਿਨ ਹੋ ਗਏ ਵੀ ਤੁਸੀਂ ਇੱਥੇ ਬੈਠੇ ਹੋ ਆਪਣੀ ਇਸ ਮੰਗ ਨੂੰ ਲੈ ਕੇ ਕਿ ਜਦੋਂ ਤੱਕ ਅਗਲੀ ਡੇਟ ਨਹੀਂ ਦਿੱਤੀ ਜਾਂਦੀ, ਤਾਂ ਕੀ ਤੁਹਾਡੀ ਹੁਣ ਤੱਕ VC ਸਾਹਿਬ ਨਾਲ ਕੋਈ ਗੱਲਬਾਤ ਨਹੀਂ ਹੋਈ ਜਾਂ ਉਹਨਾਂ ਨੇ ਤੁਹਾਨੂੰ ਨਹੀਂ ਬੁਲਾਇਆ? ਕਿ ਕਿਉਂਕਿ ਮੁੱਦਾ ਤਾਂ ਉਹਨਾਂ ਦੇ ਨਾਲ ਹੀ ਜੁੜਿਆ ਹੋਇਆ ਨਾ, ਉਹਨਾਂ ਨੇ ਤੁਹਾਨੂੰ ਨਹੀਂ ਬੁਲਾਇਆ ਕਿਸੇ ਚੀਜ਼ ਲਈ ਵੀ ਆਪਾਂ ਬੈਠਦੇ ਹਾਂ ਡੇਟ ਕਲੀਅਰ ਕਰਦੇ ਹਾਂ ਵੀ ਤੁਸੀਂ ਕਿਉਂ ਧਰਨਾ ਲਗਾਇਆ? ਅਸਲ ਦੇ ਵਿੱਚ ਜੀ BC ਸਾਹਿਬ ਦਾ ਤਾਂ ਜੀ ਕਹਿ ਲਓ ਇੱਕ ਹਾਸੋ ਹੀ ਨਾ ਕਨਸੈਪਟ ਬਣ ਜਾਂਦਾ, ਕਿਉਂਕਿ ਅਸੀਂ ਸ਼ੁਰੂ ਤੋਂ ਜਦੋਂ ਸਕੂਲ ਟਾਈਮ ਪੜ੍ਹਦੇ ਹੁੰਦੇ ਸੀ ਤਾਂ ਸਾਨੂੰ ਕਿਹਾ ਜਾਂਦਾ ਸੀ ਕਿ ਜਿਹੜੇ ਹੈਡ ਮਾਸਟਰ ਸਾਹਿਬ ਨੇ ਸਾਡੇ ਸਭ ਤੋਂ ਉੱਚ ਨੇ, ਤੁਸੀਂ ਇਹਨਾਂ ਦੀ ਸਭ ਤੋਂ ਜ਼ਿਆਦਾ ਰਿਸਪੈਕਟ ਕਰੋ ਵੀ ਹੈ ਨਾ। ਇੱਕ ਆਟੋਮੈਟਿਕ ਅੰਦਰੋਂ ਹੁੰਦਾ ਵੀ ਹਾਂ ਵੀ ਇਹ ਸਾਡੇ ਹੈਡ ਮਾਸਟਰ ਸਾਹਿਬ ਨੇ। ਜਦੋਂ ਅਸੀਂ ਕਾਲਜ ਲੈਵਲ 'ਤੇ ਆਏ ਸਾਨੂੰ ਲੱਗਾ ਵੀ ਪ੍ਰਿੰਸੀਪਲ ਸਭ ਤੋਂ ਚੰਗਾ ਰੁਤਬਾ ਹੁੰਦਾ ਵੀ ਪ੍ਰਿੰਸੀਪਲ ਸਾਹਿਬ ਜੋ ਲੰਘਦੇ ਨੇ ਆਟੋਮੈਟਿਕ ਬੰਦਾ ਕਹਿ ਲਓ ਕਹਿੰਦੇ ਹੁੰਦੇ ਨਾ ਵੀ ਇੱਕ ਜਦੋਂ ਤੁਸੀਂ ਘਰੇ ਕਿੰਨੀਆਂ ਉੱਚੀ ਗੱਲਾਂ ਕਰ ਰਹੇ ਹੋ, ਤੁਹਾਡੇ ਜਦੋਂ ਫਾਦਰ ਸਾਹਿਬ ਅੰਦਰ ਐਂਟਰ ਹੋ ਜਾਂਦੇ ਇੱਕ ਸਤਿਕਾਰ ਤੋਂ ਤੁਸੀਂ ਆਪਣੇ ਆਪ ਹੌਲੀ ਹੋ ਜਾਂਦੇ ਹੋ। ਤਾਂ ਜੋ ਯੂਨੀਵਰਸਿਟੀ ਆਏ ਸਾਨੂੰ ਪਤਾ ਚੱਲਿਆ ਵੀ ਹਾਂ ਜੀ BC ਸਾਹਿਬ ਜਿਹੜਾ
ਜਿਹੜਾ ਹੈ ਰੁਤਬਾ ਦਾ ਸਭ ਤੋਂ ਉੱਚਾ ਹੁੰਦਾ ਹੈਗਾ। ਮੈਂ ਯੂਨੀਵਰਸਿਟੀ 'ਚ ਇਸ ਵਕਤ ਰਿਸਰਚ ਸਕਾਲਰ ਹਾਂ। ਤੁਸੀਂ ਦੇਖੋ ਵੀ ਪਿਛਲੇ 3 ਸਾਲ ਇਹਨਾਂ ਨੂੰ ਮੇਰੇ ਖਿਆਲ ਦੇ ਵਿੱਚ ਹੋ ਗਏ BC ਸਾਹਿਬ ਨੂੰ, 3 ਸਾਲਾਂ ਦੇ ਵਿੱਚ ਮੈਂ ਸਿਰਫ ਇੱਕ ਵਾਰ ਦੇਖਿਆ ਇਹਨਾਂ ਨੂੰ, ਉਹ ਵੀ ਕੀ ਹੈ, ਇਹ ਬਸ ਇੱਕ ਇਹੀ ਕਹਿੰਦੇ ਫਿਰਦੇ ਸੀ ਕਿ ਕਰੋਨਾ ਹੈਗਾ ਜੀ, ਮਾਸਕ ਲਗਾ ਲਓ। ਇਸ ਤੋਂ ਇਲਾਵਾ ਸਟੂਡੈਂਟ ਪ੍ਰੋਬਲਮ ਨੂੰ ਮਿਲਣਾ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਉਹਨਾਂ ਨੇ ਕਿਸੇ ਸਟੂਡੈਂਟ ਨੂੰ ਦੇਖਿਆ ਤੱਕ ਨਹੀਂ ਹੈ। ਤੇ ਜਿਹੜੇ ਅਸੀਂ ਆਪਦੇ ਗੁਰੂ ਨੂੰ ਕਹਿ ਲਓ ਜਾਂ ਜਿਹੜੇ ਅਸੀਂ ਯੂਨੀਵਰਸਿਟੀ ਦੇ ਸਭ ਤੋਂ ਉੱਚਤਮ ਅਧਿਕਾਰੀ ਆ ਸਾਡੇ ਲਈ, ਅਸੀਂ ਉਹਨੂੰ ਬਾਏ ਫੇਸ ਅਸੀਂ ਸਟੂਡੈਂਟ ਲੀਡਰਸ ਨੇ ਨਹੀਂ ਦੇਖਿਆ। ਆਮ ਸਟੂਡੈਂਟ ਲਈ ਤਾਂ ਬਹੁਤ ਵੱਡੀ ਗੱਲ ਆ ਉਹ, ਠੀਕ ਹੈ। ਤੇ ਉਹਨਾਂ ਨੇ ਸਾਡੀ ਗੱਲ ਤਾਂ ਸੁਣਨੀ ਕਿ 12ਵਾਂ ਦਿਨ ਅੱਜ ਹੋ ਗਿਆ ਤੇ ਉਹਨਾਂ ਦੇ ਅਸੀਂ ਆਫਿਸ ਦੇ ਬਾਹਰ ਬੈਠੇ ਆ, ਸਾਰੇ ਸਟੂਡੈਂਟ ਹੈ ਯੂਨੀਵਰਸਿਟੀ ਦੇ, ਜਾਂ ਸਾਡੇ ਨਾਲ ਕੋਈ ਹੋਰ ਸੈਨੇਟ ਦੇ ਜਿਹੜੇ ਕੈਂਡੀਡੇਟ ਨੇਗੇ ਉਹ ਵੀ ਆ ਕੇ ਹੁਣ ਸਮਰਥਨ ਦੇ ਰਹੇ ਨੇਗੇ। ਬਟ ਫਿਰ ਵੀ ਇੱਕ ਵਾਰ ਵੀ ਉਹਨਾਂ ਦੇ ਵੱਲੋਂ ਬਾਹਰ ਆ ਕੇ ਕਹਿ ਲਓ ਇਹ ਵੀ ਨਹੀਂ ਸੋਚਿਆ ਗਿਆ ਵੀ ਹਾਂ ਯਾਰ ਤੁਸੀਂ 12 ਦਿਨ ਤੋਂ ਸੁਬਾਹ ਰਾਤ ਮੀਂਹ ਦੇ ਇੰਨੇ ਦਿਨ ਲੰਘੇ ਨੇ ਪਿਛਲੇ ਦਿਨਾਂ ਦੇ ਵਿੱਚ, ਵੀ ਤੁਸੀਂ ਇੱਕ ਵਾਰ ਵੀ ਨਹੀਂ ਇੱਥੇ ਉਹਨਾਂ ਨੇ ਦਰਸ਼ਨ ਦਿੱਤੇ ਉਹਨਾਂ। ਹਾਂਜੀ, ਮੈਂ ਇੱਥੇ ਕੋਈ ਹੋਰ ਗੱਲ ਪੁੱਛਣਾ ਚਾਹੂੰਗੀ ਕਿ ਜਿਵੇਂ ਹਮੇਸ਼ਾ ਹੁੰਦਾ ਕਿ ਕੋਈ ਵੀ ਵਿਦਿਅਕ ਅਦਾਰਾ ਹੋਵੇ ਉਸ ਉੱਪਰ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਪਰਛਾਵਾਂ ਨਹੀਂ ਪੈਣਾ ਚਾਹੀਦਾ, ਹੈ ਨਾ, ਤਾਂ ਕਿ ਜਿਹੜਾ ਸਟੂਡੈਂਟ ਹੈ ਜਦੋਂ ਗਰੋ ਕਰਦਾ ਇੱਕ ਨਿਰਪੱਖ ਵਾਲੀ ਸੋਚ ਰੱਖ ਕੇ ਆਪਣੇ ਉਹਦਾ ਵਿਕਾਸ ਹੋਵੇ। ਤੇ ਸਟੂਡੈਂਟਸ ਵੱਲੋਂ ਇਹ ਵੀ ਗੱਲ ਬੜੀ ਕਹੀ ਜਾ ਰਹੀ ਹੈ ਕਿ ਜੀ BJP RSS ਆਪਣਾ ਪ੍ਰਭਾਵ ਜੋ ਹੈ ਪੰਜਾਬ ਯੂਨੀਵਰਸਿਟੀ ਦੇ ਉੱਪਰ ਹੋਲਡ ਆਪਣਾ ਬਣਾਉਣਾ ਚਾਹੁੰਦੇ ਨੇ, ਕਿ ਇਹ ਵੀ ਚੀਜ਼ਾਂ ਪ੍ਰੈਕਟੀਕਲੀ ਦਿਖਦੀਆਂ ਨੇ। ਹਾਂ, ਇਹ ਕਿਤੇ ਗੱਲਾਂ ਪ੍ਰੈਕਟੀਕਲ ਦਿਖਦੀਆਂ ਨੇ। ਪਹਿਲਾਂ ਤਾਂ ਸਟਾਰਟਿੰਗ ਦੇ ਵਿੱਚ ਤਾਂ ਇਹ ਲੱਗਦਾ ਸੀ ਚਲੋ ਵੀ ਦੂਸਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ ਉਹ ਉਹਨਾਂ ਨੂੰ ਬਲੇਮ ਹੀ ਕਰ ਰਹੀਆਂ ਨੇ ਵੀ ਚਲ ਠੀਕ ਹੈ ਹੁਣ ਇਸ ਵਾਰ BJP ਦੀ ਸੈਂਟਰ ਸਰਕਾਰ ਹੈ, ਜਿਹੜਾ BC ਆ ਉਹ ਬਨਾਰਸ ਯੂਨੀਵਰਸਿਟੀ ਤੋਂ ਆਏ ਹੋਏ ਨੇ, ਵੀ ਚਲੋ BJP ਨਾਲ ਉਹਨਾਂ ਦੀ ਬੈਕਗ੍ਰਾਉਂਡ ਹੋਣੀ ਹੈ, ਇਸ ਕਰਕੇ ਵੀ ਜ਼ਿਆਦਾ ਜਿਹੜੀਆਂ ਪੋਲੀਟੀਕਲ ਪਾਰਟੀ ਨੇ ਇਸ ਚੀਜ਼ ਨੂੰ ਹਵਾ ਦੇ ਰਹੀਆਂ ਨੇ। ਬਟ ਜਦੋਂ ਤੁਸੀਂ ਗਰਾਊਂਡ ਲੈਵਲ ਤੇ ਹੁਣ ਢਾਂਚਾ ਦੇਖਦੇ ਹੋ ਯੂਨੀਵਰਸਿਟੀ ਦਾ, ਜਿਹੜਾ ਤੁਸੀਂ ਆਹ ਰੋਡ ਦੇਖ ਰਹੇ ਹੋ ਜੀ, ਇਹ ਸਿਰਫ ਪਿਛਲੇ 3 ਦਿਨਾਂ ਤੋਂ ਓਪਨ ਹੋਇਆ ਹੈਗਾ। ਉਸ ਤੋਂ ਪਹਿਲਾਂ ਇਹ ਪਿਛਲੇ 2 ਸਾਲ ਜਿਹੜਾ ਰੋਡ ਸੀਗਾ ਇਹ ਬੰਦ ਸੀਗਾ। ਕਿਹੜੀ ਵਜ੍ਹਾ ਨਾਲ? ਤੁਸੀਂ ਇਹਦੇ ਪਿੱਛੇ ਕਾਰਨ ਸੁਣ ਕੇ ਹੱਸੋਗੇ, ਜੋ ਸਾਨੂੰ ਵੀ ਪਤਾ ਚੱਲਿਆ ਵੀ ਇਹ ਰੋਡ ਨੂੰ ਬੰਦ ਕਰਨ ਦਾ ਕਾਰਨ ਕੀ ਹੈ। ਪਹਿਲਾਂ ਸਾਨੂੰ ਇਹ ਸੀ ਚਲੋ ਕੋਈ ਹੋਰ ਪ੍ਰਸ਼ਾਸਨਿਕ ਕਾਰਨ ਹੋਣਾ ਹੈਗਾ ਜਿਹਦੇ ਕਰਕੇ ਬੰਦ ਹੋਣਾ ਹੈ। ਕਹਿੰਦੇ ਜੀ ਜਿਹੜਾ ਇਹ ਗੇਟ ਹੈਗਾ BC ਆਫਿਸ ਦੇ ਸਾਹਿਬ ਨੂੰ ਇਹ ਪੱਛਮ ਵੱਲੋਂ ਆਉਂਦਾ ਹੈਗਾ, ਜਿਹੜੀ ਇਹ ਰੋਡ ਹੈ ਇਹ ਪੱਛਮ ਵੱਲੋਂ ਆ ਰਹੀ ਹੈ। ਵਾਸਤੂ ਸ਼ਾਸਤਰ ਦੇ ਅਕੋਰਡਿੰਗ ਜੀ BC ਸਾਹਿਬ ਦੇ ਆਫਿਸ ਦੇ ਵਿੱਚ BC ਸਾਹਿਬ ਦੇ ਲਈ ਪੱਛਮ ਵੱਲੋਂ ਐਂਟਰ ਹੋਣਾ ਮਾਫਕ ਨਹੀਂ ਹੈਗਾ, ਚੰਗੀ ਗੱਲ ਨਹੀਂ ਹੈ। ਤਾਂ ਇਸ ਕਰਕੇ ਜੇ ਰੋਡ ਕੀ ਕੀਤਾ ਹੈ, ਬੰਦ ਕੀਤਾ ਹੋਇਆ ਹੈਗਾ। ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਮੇਨ ਗੇਟ ਹੈਗਾ BC ਆਫਿਸ ਦਾ, ਇਹ ਵੀ ਹੁਣ ਪਿਛਲੇ ਕਾਫੀ ਟਾਈਮ ਤੋਂ ਬੰਦ ਹੀ ਰੱਖਿਆ ਹੋਇਆ। ਇਹਨਾਂ ਨੇ ਵੱਡੇ ਵੱਡੇ ਬੈਰੀਗੇਟ ਲਗਾ ਦਿੱਤੇ ਗਏ ਨੇ। ਉਹਨਾਂ ਦੀ ਐਂਟਰੀ ਜਿਹੜੀ ਹਾਂ ਹੁਣ ਪੂਰਬ ਵੱਲ ਤੋਂ ਹੁੰਦੀ ਹੈ ਜੀ। ਹੋ ਸਕਦਾ ਕੀ ਹੈ ਸੂਰਜ ਨੂੰ ਨਮਸਕਾਰ ਕਰਕੇ ਆਉਂਦੇ ਹੁਣ ਅੰਦਰ ਹੀ ਪੂਰਬ ਵੱਲ ਤੋਂ। ਠੀਕ ਹੈ। ਤੇ ਇਸ ਸਭ ਨੂੰ ਲੈ ਕੇ ਹੁਣ ਤੁਸੀਂ ਮਤਲਬ ਇਹ ਕਿਤੇ ਨਾ ਕਿਤੇ ਇਸ ਲਈ ਜ਼ਰੂਰੀ ਨਹੀਂ ਹੋ ਜਾਂਦਾ ਕਿ ਵੀ ਜੋ ਇੱਥੋਂ ਦਾ VC ਜਿਵੇਂ ਤੁਸੀਂ ਕਿਹਾ ਕਿ ਬਨਾਰਸ ਤੋਂ ਹੈ ਨਾ, ਅਸੀਂ ਸਾਰੇ ਜਾਣਦੇ ਹਾਂ, ਤਾਂ ਹੀ ਕੋਈ VC ਸਟੂਡੈਂਟਸ ਦੀ ਪ੍ਰੋਬਲਮਸ ਨੂੰ ਸਮਝ ਸਕਦਾ ਵੀ ਉਸ ਖੇਤਰ ਦਾ ਜ਼ਰੂਰ ਹੋਣਾ ਚਾਹੀਦਾ। ਨਹੀਂ, ਇਸ ਚੀਜ਼ ਤੋਂ ਆਪਾਂ ਨੂੰ ਥੋੜੀ ਉੱਪਰ ਉੱਠਣ ਦੀ ਲੋੜ ਹੈ, ਕਿਉਂਕਿ ਜਦੋਂ ਆਪਾਂ ਇੱਕ ਨਿਸ਼ਚਿਤ ਖਿੱਤੇ ਨਾਲ ਹੀ ਗੱਲ ਕਰਦੇ ਰਹਾਂਗੇ ਤਾਂ ਮੇਰੇ ਖਿਆਲ ਦੇ ਵਿੱਚ ਉਹ ਇਨਸਾਫ ਨਹੀਂ ਹੋਊਗਾ। ਕਿਉਂਕਿ ਆਪਾਂ ਸਭ ਨੂੰ ਆਪਾਂ ਕੀ ਕਹਿੰਦੇ ਆ ਜੀ, ਪੂਰਾ ਹਿੰਦੁਸਤਾਨ ਇੱਕ ਹੈ ਸਾਡਾ, ਠੀਕ ਹੈ। ਤਾਂ ਹਿੰਦੁਸਤਾਨ ਦੇ ਕਿਸੇ ਕੋਨੇ ਤੋਂ ਕੋਈ ਵੀ ਪ੍ਰੋਫੈਸਰ ਸਾਹਿਬਾਨ ਆਉਂਦਾ ਹੈਗਾ ਤਾਂ ਅਸੀਂ ਉਹਦਾ ਵੈਲਕਮ ਕਰਦੇ ਹਾਂ, ਚਾਹੇ ਉਹ BC ਟਾਈਪ ਤੇ ਆਉਂਦਾ ਹੈਗਾ, ਚਾਹੇ ਪ੍ਰੋਫੈਸਰ ਤੇ। ਤੁਸੀਂ ਦੇਖੋਗੇ ਸਾਇੰਸਿਸ ਦੇ ਵਿੱਚ ਚਲੇ ਜਾਓਗੇ ਤਾਂ ਮੈਕਸਿਮਮ ਤੁਹਾਨੂੰ ਜਿਹੜੇ ਪ੍ਰੋਫੈਸਰਸ ਨੇਗੇ ਉਹ ਸਾਊਥ ਦੇ ਨੇਗੇ। ਤਾਂ ਫਿਰ ਕੀ ਜਿਹੜੇ BC ਕਹਿ ਲਓ ਤਾਂ ਮਿਡਲ ਇੰਡੀਆ ਦੇ ਵਿੱਚੋਂ ਆਏ ਨੇ ਤਾਂ ਉਹ ਤਾਂ ਸਾਊਥ ਦੇ ਵਿੱਚੋਂ ਆਏ ਨੇ, ਤਾਂ ਕੀ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ? ਨਹੀਂ, ਸਾਡੇ ਲਈ ਹਮੇਸ਼ਾ ਗੁਰੂ ਦੇ ਸਮਾਨ ਹੀ ਰਹੂਗਾ, ਚਾਹੇ ਉਹ ਕਿਸੇ ਵੀ ਹਿੰਦੁਸਤਾਨ ਦੇ ਚਾਹੇ ਫੋਰਨ ਤੋਂ ਕਿਸੇ ਵੀ ਖਿੱਤੋਂ ਤੋਂ ਆਵੇ। ਜੋ ਸਾਡਾ ਗੁਰੂ ਆ ਤਾਂ ਸਾਡਾ ਉਹਦੇ ਲਈ ਸੀਸ ਝੁਕੂਗਾ, ਠੀਕ ਹੈ। ਬਟ ਜੇਕਰ ਉਹ ਇਸ ਤਰ੍ਹਾਂ ਦੀਆਂ ਪਾਲਿਸੀਜ਼ ਕਰਨਗੇ ਜਾਂ ਸਟੂਡੈਂਟ ਦੇ ਹੱਕਾਂ ਦਾ ਘਾਣ ਕਰਨਗੇ ਜਾਂ ਸਾਡੀ ਡੈਮੋਕ੍ਰੇਟਿਕ ਢਾਂਚੇ ਨੂੰ ਕਹਿ ਲਓ ਖਿਲਾਫ ਜਾਣਗੇ, ਤਾਂ ਕਦੇ ਵੀ ਫਿਰ ਸਟੂਡੈਂਟ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ। ਹਾਂ, ਹਰੇਕ ਚੀਜ਼ ਦਾ ਇੱਕ ਸਟੈਪ ਬਾਏ ਸਟੈਪ ਇੱਕ ਗੱਲ ਉਹ ਹੁੰਦਾ ਹੈਗਾ ਕਿ ਹਾਂਜੀ ਅਸੀਂ ਧਰਨੇ ਤੇ ਬੈਠੇ ਹਾਂ, ਸਾਡਾ 12ਵਾਂ ਦਿਨ ਸ਼ਾਂਤਮਈ ਰੂਪ 'ਚ ਅਸੀਂ ਬੈਠੇ ਹਾਂ। ਇਹ ਵੀ ਹੈ ਜਿੰਨਾ ਚਿਰ ਸੈਨੇਟ ਦੇ ਇਲੈਕਸ਼ਨ ਦੀ ਤਾਰੀਖ ਨਹੀਂ ਮਿਲਦੀ ਇਹ ਧਰਨਾ ਸਾਡਾ ਉਵੇਂ ਦੀ ਉਵੇਂ ਅੱਗੇ ਜਾਰੀ ਰਹੂਗਾ। ਹਾਂ, ਜਿਹੜੇ ਸਾਡੇ ਨਾਲ ਕੋਈ ਲੋਕ ਆ ਕੇ ਜੁੜ ਰਹੇ ਨੇ ਅਸੀਂ ਤਾਂ ਅੱਗੇ ਹੋਰ ਵੀ ਕਹਿਣੇ, ਜਿਹੜੇ ਸਟੂਡੈਂਟ ਘਰ ਬੈਠੇ ਨੇਗੇ, ਕਿ ਤੁਸੀਂ ਇੱਥੇ ਪਹੁੰਚੋ ਜ਼ਰੂਰ, ਤੁਹਾਡਾ ਸਭ ਦਾ ਵੈਲਕਮ ਹੈ। ਤੁਸੀਂ ਇਸ ਧਰਨੇ ਨੂੰ ਕਹਿ ਲਓ ਇਸ ਪ੍ਰੋਟੈਸਟ ਨੂੰ ਜੁਆਇਨ ਕਰੋ। ਤੇ ਕੱਲ੍ਹ ਨੂੰ 26 ਤਾਰੀਖ ਨੂੰ ਇੱਕ ਜੁਆਇੰਟ ਪ੍ਰੋਟੈਸਟ ਵੀ ਰੱਖਿਆ ਗਿਆ ਇੱਕ ਵੱਡੇ ਪੱਧਰ ਤੇ ਉੱਪਰ, ਜਿਸ ਸਾਰੀਆਂ ਸਟੂਡੈਂਟ ਜਥੇਬੰਦੀਆਂ ਨੇ ਵੀ ਸਮਰਥਨ ਹੈਗਾ। ਹੋਰ ਜਿਹੜੇ ਸੈਨੇਟ ਦਾ ਇਲੈਕਸ਼ਨ ਲੜ ਰਹੇ ਨੇ ਕੈਂਡੀਡੇਟ ਉਹਨਾਂ ਵੱਲੋਂ ਵੀ ਸਮਰਥਨ ਆ ਉਸ ਚੀਜ਼ ਨੂੰ। ਤੇ ਇੱਕ ਕੱਲ੍ਹ ਨੂੰ ਇੱਕ ਇਕੱਠ ਜਿਹੜਾ BC ਆਫਿਸ ਦੇ ਬਾਹਰ ਕਹਿ ਲਓ ਰੱਖਿਆ ਗਿਆ, ਉਹਦੇ ਵਿੱਚ ਸਭ ਨੂੰ ਅਸੀਂ ਸੱਦਾ ਵੀ ਦਿੰਦੇ ਆਪਦੀ ਜਥੇਬੰਦੀ ਵੱਲੋਂ ਵੀ ਕਿ ਤੁਸੀਂ ਸਭ ਵੱਧ ਤੋਂ ਵੱਧ ਪਹੁੰਚੋ ਜੀ। ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਬਿਲਕੁਲ ਤੁਸੀਂ ਵੀ, ਮੈਨੂੰ ਪੂਰੀ ਉਮੀਦ ਹੈ ਕਿ ਸਟੂਡੈਂਟਸ ਤੋਂ ਇਲਾਵਾ ਹੋਰ ਵੀ ਕਿਸੇ ਵੀ ਖੇਤਰ ਤੋਂ ਵਰਗ ਤੋਂ ਲੋਕ ਨੇ ਉਹ ਵੀ ਜ਼ਰੂਰ ਇਸ ਮੁੱਦੇ ਨੂੰ ਸਮਝ ਚੁੱਕੇ ਹੋਣਗੇ ਕਿ ਆਖਿਰ ਕਿਉਂ ਸਟੂਡੈਂਟਸ ਇੱਥੇ ਡਟੇ ਹੋਏ ਨੇ, ਸੈਨੇਟ ਨੂੰ ਲੈ ਕੇ ਕੀ ਮੁੱਦਾ ਹੈ। ਤੇ ਸਟੂਡੈਂਟਸ ਦੇ ਮਨ ਵਿੱਚ ਆਪਣੇ ਟੀਚਰਸ ਨੂੰ ਲੈ ਕੇ ਸਾਰਾ ਸਤਿਕਾਰ ਰਿਸਪੈਕਟ ਉਵੇਂ ਹੀ ਹੈ। ਤਾਂ ਟੀਚਰਸ ਨੂੰ VC ਲੈਵਲ ਤੇ ਵੀ ਹਰੇਕ ਨੂੰ ਜਿੰਨਾ ਵੀ ਅਧਿਕਾਰਿਕ ਢਾਂਚਾ ਹੁੰਦਾ ਉਹਨਾਂ ਨੂੰ ਵੀ ਜ਼ਰੂਰ ਸਮਝਣਾ ਚਾਹੀਦਾ ਕਿ ਸਟੂਡੈਂਟਸ ਦੇ ਬੁਨਿਆਦੀ ਕੀ ਜ਼ਰੂਰਤਾਂ ਨੇ ਜਾਂ ਕੀ ਉਹਨਾਂ ਦੇ ਹੱਕ ਨੇ, ਉਹਨਾਂ ਨੂੰ ਖਤਮ ਨਹੀਂ ਕਰਨਾ ਚਾਹੀਦਾ। ਸੋ ਇਹ ਡਟੇ ਹੋਏ ਨੇ ਲਗਾਤਾਰ ਕਿ ਜਦੋਂ ਤੱਕ ਅਗਲੀ ਸੈਨੇਟ ਦੀ ਇਲੈਕਸ਼ਨ ਦੀ ਤਰੀਕ ਨਹੀਂ ਦਿੱਤੀ ਜਾਂਦੀ ਤਦ ਤੱਕ ਇੱਥੇ ਧਰਨਾ ਲਗਾਤਾਰ ਜਾਰੀ ਰਹੇਗਾ। ਤੇ ਇਸ ਦੇ ਨਾਲ ਹੀ ਹੁਣ ਫਿਲਹਾਲ ਮੈਨੂੰ ਦਿਓ ਜੀ ਇਜਾਜ਼ਤ। ਤੁਸੀਂ ਬਣੇ ਰਹੋ ਨਿਰਪੱਖ ਪੋਸਟ ਦੇ ਨਾਲ, ਹਰ ਖਬਰ ਦੀ ਨਿਰਪੱਖ ਆਵਾਜ਼।
पंजाब ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।